अस्सलामुअलैकुम। ਜਿਹੜੇ ਬੰਦੇ ਕਬੱਡੀ ਦਾ ਸ਼ੌਕ ਰੱਖਦੇ ਨੇ ਉਹਨਾਂ ਨੂੰ ਪਤਾ ਕਬੱਡੀ ਇੱਕ ਜਨੂਨ ਹੈ, ਇੱਕ ਨਸ਼ਾ ਹੈ। ਕਬੱਡੀ ਦਾ ਮੈਚ ਦੇਖਣ ਵਾਸਤੇ ਬੰਦੇ ਬੜੀ ਦੂਰੋਂ ਪੈਦਲ ਟੁਰ ਕੇ ਆਉਂਦੇ ਨੇ, ਖਾਸ ਕਰ ਆਪਣੇ ਪਸੰਦੀਦਾ ਪਲੇਅਰ ਨੂੰ ਤੱਕਣ ਵਾਸਤੇ। ਜਿਸਲੇ ਪਲੇਅਰ ਵਾਰਾ ਜਾਂ ਜਾਫਾ ਕਰਦਾ ਹੈ, ਪਲੇਅਰ ਦੀ ਬਬਕ ਮਾਰਨ ਤੋਂ ਪਹਿਲਾਂ ਉਹਦੇ ਫੈਨ ਬਬਕਾ ਮਾਰਦੇ ਗਰਾਊਂਡ 'ਚ ਟੁਰ ਜਾਂਦੇ ਨੇ, ਜਾ ਕੇ ਉਹਨੂੰ ਮੋਢੇ ਤੇ ਚੁੱਕ ਲੈਂਦੇ ਨੇ, ਪੈਸਿਆਂ ਦੇ ਇਨਾਮ ਦੇਣ ਲੱਗ ਪੈਂਦੇ ਨੇ। ਇਤਨੀ ਜ਼ਿਆਦਾ ਇੱਜ਼ਤ ਕਰਦੇ ਨੇ, ਇਸੇ ਵਾਸਤੇ ਕਹਿੰਦੇ ਨੇ ਕਬੱਡੀ ਇੱਕ ਜਨੂਨ ਹੈ। ਪਲੇਅਰ ਅਗਰ ਚਾਰ ਨਾਰਮਲ ਬੰਦਿਆਂ 'ਚ ਟੁਰਦਾ ਆਉਂਦਾ ਹੋਵੇਗਾ ਨਾ ਪਿਆ ਤੇ ਤੁਹਾਨੂੰ ਦੂਰੋਂ ਪਤਾ ਲੱਗ ਜਾਏਗਾ ਉਹ ਪੱਬਾਂ ਪਾਰ ਘੋੜੇ ਆ ਟੁਰਦਾ ਆਵੇਗਾ, ਤੁਹਾਡੇ ਨਾਲ ਆ ਕੇ ਸਲਾਮ ਲਵੇਗਾ, ਬੜੀ ਮਿੱਠੀ ਆਵਾਜ਼ ਨਾਲ। ਚਿਹਰੇ ਉਹਦੇ ਦੀ ਰੌਣਕ ਤੇ ਅੱਖਾਂ ਦੀ ਚਮਕ ਦੱਸੇਗੀ ਵਾਕਈ ਕੋਈ ਪਲੇਅਰ ਹੈ, ਕਿਉਂਕਿ ਉਹਦੇ ਅੰਦਰ ਆਕੜ ਨਹੀਂ ਹੁੰਦੀ। ਜਵਾਨ ਕਹਿੰਦਾ ਸਵੇਰ 3 ਵਜੇ ਉੱਠ ਕੇ ਮੈਂ ਟ੍ਰੇਨਿੰਗ ਕਰਨਾ ਸ਼ੁਰੂ ਕਰਦਾ ਸਾਂ, ਕਹਿੰਦਾ ਸਾਰੇ ਪਿੰਡ ਦੇ ਮੈਨੂੰ ਮੰਨਦੇ ਸੀ। ਕਹਿੰਦਾ ਮੇਰੇ ਘਰੋਂ ਜਿਹੜਾ ਕੋਈ ਖਿਦਮਤ ਨਹੀਂ ਸੀ ਆਉਂਦੀ, ਕਹਿੰਦਾ ਮੇਰੇ ਪਿੰਡ ਦੇ ਜਿਹੜੇ ਨੇ ਮੇਰੇ ਵਾਸਤੇ ਦੁੱਧ ਮੱਖਣ, ਕਹਿੰਦਾ ਮੈਨੂੰ ਕਿਧਰੇ ਵੀ ਕੋਡੀ ਖੇਡਣ ਵਾਸਤੇ ਕਲਿਆ ਨਹੀਂ ਸੀ ਜਾਣ ਦਿੰਦੇ। ਕਹਿੰਦਾ ਅੱਜ ਤੱਕ ਜਿਹੜਾ ਮੈਨੂੰ ਨਾ ਕਿਸੇ ਨੇ ਵਾਰਾ ਫਗੜਿਆ, ਨਾ ਮੈਂ ਜਾਫੇ 'ਚ ਕਿਸੇ ਨੂੰ ਜਾਣ ਦਿੱਤਾ ਹੈ। ਕਹਿੰਦਾ ਮੈਂ ਇਸੇ ਤਰ੍ਹਾਂ ਹੀ ਹਾਂ ਜਿਸ ਤਰ੍ਹਾਂ ਕ੍ਰਿਕਟ 'ਚ ਆਲ ਰਾਊਂਡਰ ਹੁੰਦਾ ਹੈ। ਕਹਿੰਦਾ ਮੈਂ ਜਿਹੜਾ ਵੀ ਗੇਮ 'ਚ ਪਿਆ ਵਾਂ ਉਹਦੇ ਜਿਹੜਾ ਮੈਂ ਜਿੱਤਿਆ ਹੀ ਆ ਵਾਂ। ਕਹਿੰਦਾ ਕਬੱਡੀ 'ਚ ਇਸ ਵਾਸਤੇ ਮੇਰਾ ਨਾਂ ਸੀ। ਕਹਿੰਦਾ ਬੜੀ ਦੂਰ ਬੰਦੇ ਮੈਨੂੰ ਕੋਡੀ ਵਾਸਤੇ ਲੈ ਕੇ ਜਾਂਦੇ ਸੀ। ਕਹਿੰਦਾ ਮੈਂ ਜਿਸ ਵੇਲੇ ਘਰ ਪਹੁੰਚਦਾ ਸਾਂ ਮੇਰੇ ਘਰ ਦੇ ਅੱਗੇ ਕਾਰਾਂ ਦੀ ਲਾਈਨ ਲੱਗੀ ਹੁੰਦੀ ਸੀ। ਕਹਿੰਦਾ ਨਾਲ ਵਾਲੇ ਪਿੰਡਾਂ ਵਾਲੇ ਜਿਹੜੇ ਮੇਰੇ ਕੋਲ ਆ ਕੇ ਬਹਿੰਦੇ ਸੀ, ਮੇਰੇ ਨਾਲ ਬਹਿ ਕੇ ਫੋਟੋਆਂ ਛਕਵਾਉਂਦੇ ਸੀ। ਇਤਨੀ ਜ਼ਿਆਦਾ ਮੇਰੀ ਇੱਜ਼ਤ ਸੀ। ਕਹਿੰਦਾ ਘਰਦਿਆਂ ਨੂੰ ਵੀ ਯਕੀਨ ਨਹੀਂ ਸੀ ਆਉਂਦਾ ਕਿ ਇਤਨੀ ਸਾਡੇ ਪੁੱਤਰ ਦੀ ਇੱਜ਼ਤ ਹੈ। ਕਹਿੰਦਾ ਉਹਨਾਂ ਕੋਲ ਤੇ ਇਤਨੀ ਗੁੰਜਾਇਸ਼ ਕੋਈ ਨਹੀਂ ਸੀ। ਕਹਿੰਦਾ ਲੱਖ 2-2 ਲੱਖ ਰੁਪਈਆ ਮੈਂ ਇਨਾਮ ਜਿੱਤ ਕੇ ਲਿਆਉਂਦਾ ਰਿਹਾ। ਕਹਿੰਦਾ ਇਤਨਾ ਮੇਰਾ ਨਾਂ ਸੀ। ਕਹਿੰਦਾ ਜਿਸ ਵੇਲੇ ਮੈਂ ਕੋਡੀ ਖੇਡਣ ਕਿਰੇ ਜਾਂਦਾ ਸਾਂ ਨਾ, ਮੇਰੇ ਪਿੰਡ ਦੇ ਮੈਨੂੰ ਆਪੂ ਲੈ ਕੇ ਜਾਂਦੇ ਸੀ, ਆਪੂ ਵਾਪਸ ਲੈ ਕੇ ਆਉਂਦੇ ਸੀ। ਕਿਰੇ ਸਾਡਾ ਮੁੰਡਾ ਕਿਰੇ ਜ਼ਾਇਆ ਨਾ ਹੋ ਜੇ, ਖਰਾਬ ਨਾ ਹੋ ਜੇ। ਕਹਿੰਦੇ ਬਾਕੀ ਤੂੰ ਜੋ ਮਰਜ਼ੀ ਪਿਆ ਕਰ, ਕੋਡੀ ਦੇ ਮੈਚ ਜਿਹੜਾ ਅਸੀਂ ਤੈਨੂੰ ਲੈ ਕੇ ਜਾਵਾਂਗੇ, ਅਸੀਂ ਤੈਨੂੰ ਵਾਪਸ ਲੈ ਕੇ ਆਵਾਂਗੇ। ਕਹਿੰਦਾ ਮੈਂ ਤਾਂ ਠੀਕ ਹੈ ਜਿਸ ਤਰ੍ਹਾਂ ਮੇਰੇ ਪਿੰਡ ਵਾਲਿਆਂ ਦੀ ਮਰਜ਼ੀ। ਕਹਿੰਦਾ ਬੜੀ ਇੱਜ਼ਤ ਦਿੰਦੇ ਸੀ। ਢੋਲ ਜਿਹੜਾ ਚੰਗਾ ਭਲਾ ਭੰਗੜਾ ਜਿਹੜਾ ਮੇਰੇ ਪਿੰਡ 'ਚ ਪੂਰਾ ਹੁੰਦਾ, ਮੈਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਮੈਂ ਪਲੇਅਰ ਹਾਂ ਤੇ ਚਲੋ ਮੇਰੀ ਪਿੰਡ 'ਚ ਇੱਜ਼ਤ ਹੈ। ਕਹਿੰਦਾ ਇੱਕ ਪਿੰਡ ਦਾ ਜਵਾਨ ਸੀ, ਕਹਿੰਦਾ 3 ਘੰਟੇ ਦੂਰ ਸਫ਼ਰ ਕਰਕੇ, ਕਹਿੰਦਾ ਉੱਥੇ ਇੱਕ ਜਵਾਨ ਸੀ, ਕਹਿੰਦਾ ਬੜਾ ਮੰਨਿਆ ਪਲੇਅਰ ਸੀ। ਕਹਿੰਦਾ ਹਰ ਬੰਦਾ ਕਹਿੰਦਾ ਸੀ ਕਿ ਜਿਹੜਾ ਵੀ ਇਹਨੂੰ ਪਕੜ ਲਵੇ ਉਹਨੂੰ ਇਨਾਮ ਦਿੱਤਾ ਜਾਏਗਾ, 2 ਲੱਖ ਰੁਪਈਆ 3 ਲੱਖ ਰੁਪਈਆ। ਕਹਿੰਦਾ ਮੇਰੇ ਨਾਲ ਮੁੰਡੇ ਨੇ ਗੱਲ ਕੀਤੀ ਕਿ ਇਸ ਤਰ੍ਹਾਂ ਫਲਾਣੇ ਪਿੰਡ ਦਾ ਬੰਦਾ ਹੈ, ਕਹਿੰਦਾ ਉਹ ਜਿਹੜਾ ਪਲੇਅਰ ਬੜਾ ਚੰਗਾ ਹੈ ਤੇ ਉਹਨੂੰ ਕੋਈ ਬੰਦਾ ਵੀ ਪਕੜ ਨਹੀਂ ਸਕਦਾ। ਕਹਿੰਦਾ ਮੈਂ ਕਿਸ ਤਰ੍ਹਾਂ ਨਹੀਂ ਪਕੜ ਸਕਦਾ? ਕਹਿੰਦਾ ਮੈਂ ਉਹਨੂੰ ਪਕੜਾਂਗਾ। ਕਹਿੰਦਾ ਜਿਸ ਵੇਲੇ ਉਹਨੂੰ ਪੈਗਾਮ ਪਹੁੰਚਾਓ, ਮੈਚ ਤੁਸੀਂ ਰੱਖੋ ਤੇ ਮੈਂ ਆਵਾਂਗਾ, ਉਸ ਟੀਮ ਦੀ ਤਰਫੋਂ ਮੈਂ ਖੇਡਾਂਗਾ। ਕਹਿੰਦਾ ਜਿਸ ਵੇਲੇ ਉਹਦੇ ਤੱਕ ਪੈਗਾਮ ਪਹੁੰਚਾਇਆ ਵੀ ਫਲਾਣੇ ਪਿੰਡ ਦਾ ਜਿਹੜਾ ਬੜਾ ਮਸ਼ਹੂਰ ਕਬੱਡਰ ਹੈ ਉਹ ਤੇਰੇ ਨਾਲ ਆ ਕੇ ਖੇਡੇਗਾ। ਕਹਿੰਦਾ ਉਹ ਕਹਿੰਦਾ ਜੀ ਉਹਨੂੰ ਆਖੋ ਮੋਸਟ ਵੈਲਕਮ, ਅਸੀਂ ਗੱਡੀ ਭੇਜਦੇ ਹਾਂ, ਤੂੰ ਆ ਇੱਥੇ, ਤੇਰਾ ਸਾਰਾ ਖਰਚਾ ਇੱਥੇ ਕਰਾ, ਅਗਰ ਤੂੰ ਮੈਨੂੰ ਫੜ ਲਿਆ ਜਾਫੇ 'ਚ ਤੇ ਮੈਂ ਜੋ ਇਨਾਮ ਆਖੇਗਾ ਤੈਨੂੰ ਦਿਆਂਗਾ। ਕਹਿੰਦਾ ਮੈਨੂੰ ਹੋਰ ਜ਼ਿਆਦਾ ਜਨੂਨ ਹੋ ਗਿਆ। ਕਹਿੰਦਾ ਮੇਰੇ ਪਿੰਡ 'ਚ ਜਿਹੜਾ ਬੜਾ ਰੋਲਾ ਪੈ ਗਿਆ ਹਰ ਪਾਸੇ ਕਿ ਇਹ ਜਾ ਰਿਹਾ ਫਲਾਣੇ ਪਲੇਅਰ ਨੂੰ ਪਕੜਨ ਵਾਸਤੇ। ਕਹਿੰਦਾ ਸਾਰੇ ਪਿੰਡ ਵਾਲਿਆਂ ਗੱਡੀਆਂ ਹੀ ਗੱਡੀਆਂ। ਕਹਿੰਦਾ ਪਹਿਲੀ ਵਾਰੀ ਹੋ ਰਿਹਾ ਸੀ ਕਿ ਬੱਸ ਸਾਡੇ ਪਿੰਡੋਂ ਜਾ ਰਹੀ ਸੀ। ਕਹਿੰਦਾ ਬੱਸ ਭਰੀ, ਛੱਤਾਂ ਭਰੀਆਂ, ਅੰਦਰੋਂ ਭਰੀਆਂ। ਕਹਿੰਦਾ ਮੈਂ ਜਿਹੜਾ ਪਰਾਡੋ 'ਚ ਬਹਿ ਕੇ ਜਾਣ ਲੱਗਿਆ ਸਾਂ, ਕਹਿੰਦਾ ਮੈਂ ਬੜਾ ਖੁਸ਼ ਸਾਂ ਵਿੱਚੋਂ ਕਿ ਯਾ ਅੱਲਾ ਮੇਰੀ ਇੱਜ਼ਤ ਰੱਖੀ, ਮੈਂ ਐਡੀ ਦੂਰ ਖੇਡਣ ਜਾ ਰਿਹਾ ਤੇ ਮੇਰੇ ਨਾਲ ਸਾਰੇ ਪਿੰਡ ਦੇ ਨੇ। ਕਹਿੰਦਾ ਮੈਂ ਆਵਾਂ ਤੇ ਖੁਸ਼ੀ ਵਾਪਸ ਆਵਾਂ। ਕਹਿੰਦਾ ਮੈਂ ਜਿਸ ਵੇਲੇ ਉੱਥੇ ਪਹੁੰਚਿਆ, ਕਹਿੰਦਾ ਅੱਗੂ ਦੇਖਿਆ ਤੇ ਪਿੰਡ ਦੇ ਬੜੇ ਰੋਲੇ ਤੇ ਹਰ ਬੰਦਾ ਹੀ ਆਖੇ ਜੀ ਉਹ ਬੜਾ ਪਲੇਅਰ ਹੈ, ਅੱਜ ਤੱਕ ਉਹਨੂੰ ਕੋਈ ਵੀ ਪਕੜ ਨਹੀਂ ਸਕਿਆ। ਜਿਸ ਵੇਲੇ ਵੀ ਉਹ ਵਾਰਾ ਗਿਆ ਜਾਫੀ ਨੇ ਕਦੇ ਵੀ ਉਹਨੂੰ ਪਕੜਿਆ ਨਹੀਂ ਹੈ, ਉਹਦਾ ਅੰਦਾਜ਼ ਹੀ ਇਸ ਤਰ੍ਹਾਂ ਦਾ। ਕਹਿੰਦਾ ਮੈਂ ਕਿਹਾ ਪਹਿਲਾਂ ਉਹਦੇ ਨਾਲ ਮੇਰੀ ਮੁਲਾਕਾਤ ਤੇ ਕਰਾਓ। ਕਹਿੰਦਾ ਮੈਂ ਜਾ ਕੇ ਉਹਦੇ ਨਾਲ ਮੁਲਾਕਾਤ ਕੀਤੀ, ਸਲਾਮ ਸ਼ਾਮ ਲਿਆ ਉਹਦੇ ਨਾਲ। ਕਹਿੰਦਾ ਲੈ ਕੇ ਮੈਂ ਕਿਹਾ ਜੀ ਮੋਸਟ ਵੈਲਕਮ, ਆਓ ਤੁਹਾਡੇ ਨਾਲ ਕਬੱਡੀ ਖੇਡਾਂਗੇ, ਤੁਹਾਨੂੰ ਵੀ ਸਵਾਦ ਆਵੇਗਾ। ਕਹਿੰਦਾ ਜਿਸ ਵੇਲੇ ਗਰਾਊਂਡ 'ਚ ਮੈਚ ਦਾ ਟਾਈਮ ਆਇਆ, ਕਹਿੰਦਾ ਮੈਂ ਵੀ ਆਇਆ, ਆ ਕੇ ਲੱਤਾਂ ਬਾਹਾਂ ਲਾਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦਾ ਟ੍ਰੇਨਿੰਗ ਸ਼ੁਰੂ ਕੀਤੀ। ਕਹਿੰਦਾ ਜਿਸ ਵੇਲੇ ਉਹ ਵੀ ਆਇਆ ਤੇ ਕਹਿੰਦਾ ਮੈਂ ਜਾ ਕੇ ਆਖਿਆ ਜੀ ਮੈਂ ਤੈਨੂੰ ਪਹਿਲੇ ਵਾਰੇ ਜਿਹੜਾ ਮੈਂ ਪਕੜ ਲਾਂਗਾ। ਕਹਿੰਦਾ ਉਹਨੇ ਅੱਗੋਂ ਮਾਈਕ 'ਚ ਆ ਕੇ ਆਖਿਆ ਤੂੰ ਮੈਨੂੰ ਅਗਰ ਪਕੜ ਲਿਆ ਤੇ ਤੇਰਾ 3 ਲੱਖ ਰੁਪਈਆ ਇਨਾਮ ਜਿਹੜਾ ਮੇਰੀ ਤਰਫੋਂ। ਕਹਿੰਦਾ ਬੰਦਿਆਂ ਦੀ ਤਾੜੀਆਂ ਤੇ ਰੋਲਾ ਪੈ ਗਿਆ ਚੰਗਾ ਭਲਾ। ਕਹਿੰਦਾ ਮੈਂ ਨਰਵਸ ਨਹੀਂ ਸੀ, ਮੇਰੇ ਅੰਦਰ ਜੋਸ਼ ਆਇਆ ਕਿ ਜਲਦੀ ਆਵੇ। ਕਹਿੰਦਾ 2-3 ਵਾਰੀ ਕਬੱਡੀ ਆਇਆ ਲੇਕਿਨ ਫਿਰ ਪਿੱਛਾ ਜਾਂਦਾ ਰਿਹਾ। ਕਹਿੰਦਾ ਕਿਉਂਕਿ ਮੈਚ ਜਿਹੜਾ ਬੜਾ ਟਫ ਹੋ ਗਿਆ ਸੀ। ਕਹਿੰਦਾ ਫਿਰ ਰੈਫਰੀ ਵਾਪਸ ਟੋਰਦਾ ਸੀ, ਫਿਰ ਉਹ ਅਗਾਂਹ ਆਉਂਦਾ ਸੀ। ਕਹਿੰਦਾ ਇਸੇ ਚੌਥੀ ਵਾਰੀ ਆਇਆ ਨਾ, ਕਹਿੰਦਾ ਜਿਸ ਵੇਲੇ ਮੈਂ ਹੱਥ ਲੱਗਾ, ਕਹਿੰਦਾ ਮੈਂ ਕਿਹਾ ਹੁਣ ਛੱਡ ਦਿਓ ਤੁਸੀਂ, ਹੁਣ ਨਹੀਂ ਇਹ ਜਾਂਦਾ। ਕਹਿੰਦਾ ਉਹਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਉੱਤੋਂ ਦੀ ਲੰਘ ਜਾਵਾਂਗਾ, ਇੱਧਰੋਂ ਲੰਘ ਜਾਵਾਂਗਾ, ਬੜੀ ਉਹਨੇ ਧੱਕੇ ਮਾਰੇ। ਕਹਿੰਦਾ ਮੈਂ ਕਿਹਾ ਲੇਕਿਨ ਮੇਰੇ ਕੋਲੋਂ ਨਹੀਂ ਤੂੰ ਜਾ ਸਕਦਾ। ਕਹਿੰਦਾ ਇਸ ਤਰ੍ਹਾਂ ਦਾ ਉਹਨੂੰ ਕੈਂਚੀ ਮੈਂ ਪਾਈ, ਕਹਿੰਦਾ ਉਹਦੀ ਧੌਣ ਨੂੰ ਇਸ ਤਰ੍ਹਾਂ ਮੈਂ ਹੱਥ ਰੱਖਿਆ, ਕਹਿੰਦਾ ਉੱਥੇ ਹੀ ਕਾਬੂ ਹੋ ਗਿਆ। ਕਹਿੰਦਾ ਹੱਥਾਂ 'ਚ ਖਲਾ ਕਰ ਦਿੱਤੀ ਉਸ। ਕਹਿੰਦਾ ਇਤਨਾ ਰੋਲਾ ਪਿਆ ਗਰਾਊਂਡ 'ਚ, ਕਹਿੰਦਾ ਮੈਂ ਸੋਚ ਵੀ ਨਹੀਂ ਸਕਦਾ। ਕਹਿੰਦਾ ਮੈਨੂੰ ਤਾਂ ਐਂ ਲੱਗਦਾ ਸੀ ਮੇਰਾ ਸਾਹ ਬੰਦ ਹੋ ਜਾਏਗਾ, ਮੇਰੇ ਸਾਰੇ ਪਿੰਡ ਦੇ ਮੇਰੇ ਉੱਤੇ ਚੜ ਗਏ। ਕਹਿੰਦਾ ਮੈਨੂੰ ਉੱਤੇ ਚੁੱਕ ਲਿਓ ਤਾਂ ਇਤਨਾ ਜੋਸ਼ ਕਿ ਕਹਿੰਦਾ ਇੰਨਾ ਰੋਲਾ ਪੈ ਗਿਆ ਮੈਨੂੰ ਨਹੀਂ ਸਮਝ ਆਈ ਕਿ ਕਿੱਥੋਂ ਤੱਕ ਜੋਸ਼ ਜਾ ਰਿਹਾ। ਕਹਿੰਦਾ ਮੈਂ ਬਾਅਦ 'ਚ ਵੀਡੀਓ ਦੇਖੀ ਹੈ ਤਾਂ ਮੈਨੂੰ ਸਮਝ ਆਈ ਹੈ। ਕਹਿੰਦਾ 3 ਲੱਖ ਰੁਪਈਆ ਉਹਦੀ ਤਰਫੋਂ ਇਨਾਮ ਸੀ। ਕਹਿੰਦਾ ਜਿਹੜਾ ਪਿੰਡ ਉਹਨਾਂ ਦੇ 'ਚ ਇਨਾਮ ਹੋਇਆ, ਕਹਿੰਦਾ ਕੋਈ ਮੇਰੇ ਪਿੰਡ ਦਾ ਜਿਹੜਾ ਇਨਾਮ ਦਿੱਤਾ, ਕਹਿੰਦਾ ਛੱਡ ਗੱਲ ਦਿਓ।
ਕਹਿੰਦਾ ਬਹਰਾਲ ਜਿਹੜਾ ਮੈਚ ਹੋਇਆ ਕਹਿੰਦਾ 3 ਵਾਰੀ ਉਹ ਬੰਦਾ ਆਇਆ, ਕਹਿੰਦਾ 3ਵਾਂ ਵਾਰੀ ਉਸ ਬੰਦੇ ਨੇ ਇਨਾਮ ਰੱਖਿਆ, ਕਹਿੰਦਾ ਤੂੰ ਇਸ ਵਾਰੀ ਨਹੀਂ ਮੈਨੂੰ ਪਕੜਨ ਲਗਾ। ਕਹਿੰਦਾ ਮੇਰੀ ਪਹਿਲੀ ਵਾਰ ਸੀ ਕਿ ਮੈਂ 8 ਲੱਖ ਰੁਪਈਆ ਉਸ ਪਲੇਅਰ ਕੋਲੋਂ ਮੈਂ ਕਮਾਇਆ। ਕਹਿੰਦਾ ਮੈਨੂੰ 3ਵੇਂ ਜਿਹੜੇ ਉਹਦੇ ਵਾਰੇ ਸੀ ਨਾਕਾਮ ਉਹਦੇ ਕੀਤੇ। ਕਹਿੰਦਾ ਮੈਂ ਬੜਾ ਜਨੂਨ ਵਿੱਚ ਸੀ, ਕਹਿੰਦਾ ਬੜੀ ਮੇਰੀ ਬਹਿ ਜਾ ਹੋ ਗਈ ਉੱਥੇ। ਕਹਿੰਦਾ ਹਰ ਬੰਦਾ ਮੈਨੂੰ ਆਖੇ ਜੀ ਮੇਰੇ ਨਾਲ ਸਾਡੀ ਤਰਫੋਂ ਮੈਚ ਖੇਡਿਓ, ਸਾਡੀ ਤਰਫੋਂ ਖੇਡਿਓ। ਕਹਿੰਦਾ ਮੈਂ ਕਿਹਾ ਫਿਲਹਾਲ ਜਿਹੜਾ ਹੋ ਰਿਹਾ ਨਾ ਇਹਨੂੰ ਕਲੀਅਰ ਕਰੋ ਤੇ ਅੱਗੂ ਦੇਖੀ ਜਾਏਗੀ। ਕਹਿੰਦਾ ਪਰ ਉਹਨਾਂ ਮੇਰੀਆਂ ਦਾਵਤਾਂ ਕੀਤੀਆਂ, ਇਹ ਤੁਸੀਂ ਜਾਣਾ ਨਹੀਂ ਵਾਪਸ। ਕਹਿੰਦਾ ਮੈਂ ਕਿਹਾ ਵਾਪਸ ਮੈਂ ਜਾਣਾ ਹੈ ਕਿਉਂਕਿ ਮੈਂ ਇੱਥੇ ਨਹੀਂ ਰਹਿ ਸਕਦਾ, ਮੇਰਾ ਜਿਹੜਾ ਹੈ ਇੱਥੇ ਸਾਰਾ ਪਿੰਡ ਆਏ ਆ, ਮੈਂ ਇਕੱਲਾ ਨਹੀਂ ਆਇਆ ਕਿ ਮੈਂ ਇੱਥੇ ਰਵਾਂ। ਕਹਿੰਦਾ ਮੈਂ ਫੇਰ ਆਵਾਂਗਾ ਤੁਹਾਡੇ ਕੋਲ ਜਿਸ ਤੇ ਤੁਸੀਂ ਮੈਨੂੰ ਦਾਵਤ ਦਿਓਗੇ, ਲੇਕਿਨ ਅੱਜ ਜਿਹੜਾ ਮੇਰਾ ਜਾਣਾ ਜ਼ਰੂਰੀ ਹੈ। ਮੇਰੇ ਪਿੰਡ ਦੇ ਜਿਹੜੇ ਨੇ ਹੁਣ ਬਰਦਾਸ਼ਤ ਨਹੀਂ ਕਰਨ ਲਈ। ਕਹਿੰਦਾ ਮੇਰੇ ਪਿੰਡ ਦੇ ਮੈਨੂੰ ਨਾਲ ਲੈ ਕੇ ਟੁਰ ਪਏ। ਕਹਿੰਦਾ ਜਿਹਨੂੰ ਢੋਲ ਵੱਜੀ ਜਾਣ ਤੇ ਕਹਿੰਦਾ ਰੋਲਾ, ਕਹਿੰਦਾ ਉਹਨਾਂ ਦੇ ਪਿੰਡ 'ਚ ਜਿਹੜਾ ਨਾ ਇੰਝ ਲੱਗੇ ਕਿ ਸਨਾਟਾ ਛਾ ਗਿਆ ਨਾ ਉੱਥੇ। ਕਹਿੰਦਾ ਬੜਾ ਮੰਨਿਆ ਪਲੇਅਰ ਸੀ। ਕਹਿੰਦਾ ਉਹਨੇ ਵੀ ਮੰਨਿਆ ਕਿ ਭਾਈ ਜੀ ਬੜੇ ਤੁਸੀਂ ਪਲੇਅਰ ਹੋ। ਕਹਿੰਦਾ ਜਿਸ ਵੇਲੇ ਬੱਸ ਪਿੰਡ ਤੂੰ ਆਈਏ ਪਿੱਛੇ ਹੀ ਸੀ। ਕਹਿੰਦਾ ਨਾਲ ਵਾਲੇ ਪਿੰਡਾਂ ਵਾਲੇ ਵੀ ਉਹਨਾਂ ਨੂੰ ਸਾਰਿਆਂ ਨੂੰ ਤੇ ਪਤਾ ਸੀ ਕਿ ਫਲਾਣੇ ਪਲੇਅਰ ਨਾਲ ਖੇਡਣ ਜਾ ਰਿਹਾ। ਕਹਿੰਦਾ ਜਿਉਂ ਬੰਦਿਆਂ ਨੂੰ ਪਤਾ ਲੱਗਦਾ ਗਿਆ, ਕਹਿੰਦਾ ਯਕੀਨ ਕਰੋ 2-3 ਦਿਹਾੜੇ ਲਗਾਤਾਰ ਕਹਿੰਦਾ ਇਤਨਾ ਜਨੂਨ ਰਿਹਾ ਸਾਡੇ ਪਿੰਡਾਂ 'ਚ। ਕਹਿੰਦਾ ਜੀ ਬੜਾ ਨਾਂ ਹੋ ਗਿਆ ਮੇਰਾ। ਕਹਿੰਦਾ ਮੈਂ ਜਿਸ ਵੇਲੇ ਕੋਡੀ ਖੇਡਣਾ, ਕਹਿੰਦਾ ਮੈਨੂੰ ਨਹੀਂ ਸੀ ਪਤਾ ਇੱਕ ਅੰਕਲ ਹੋਰੀ ਜਿਹੜੇ ਨੇ ਉਹ ਜਿੱਥੇ ਮੈਂ ਕੋਡੀ ਖੇਡਣ ਜਾਂਦਾ ਨਾ ਤੇ ਉਹ ਮੇਰੇ ਮਗਰ ਹੁੰਦੇ ਸੀ। ਕਹਿੰਦਾ ਮੈਂ ਕਬੱਡੀ ਤੇ ਸਾਂ ਉੱਥੇ। ਕਹਿੰਦਾ ਅੰਕਲ ਹੋਰੀ ਆਏ, ਮੈਂ ਜਿਸ ਵੇਲੇ ਉਹਨੂੰ ਵਾਰੇ ਗਿਆ, ਕਹਿੰਦਾ ਵਾਰੇ ਜਾ ਕੇ ਮੈਂ ਨੱਸ ਆਇਆ ਤੇ ਅੰਕਲ ਆ ਕੇ ਰੁਪਈਆ ਲੱਖ ਮੈਨੂੰ ਦਿੱਤਾ। ਕਹਿੰਦਾ ਕੋਈ ਇੰਜ ਲੱਖ ਰੁਪਈਆ ਨਹੀਂ ਦਿੰਦਾ। ਕਹਿੰਦਾ ਅੰਕਲ ਆ ਮੈਨੂੰ ਲੱਖ ਦਿੱਤਾ ਤੇ ਨਾਲ ਮੈਨੂੰ ਪਿਆਰ ਦਿੱਤਾ। ਕਹਿੰਦਾ ਮੈਂ ਕਿਹਾ ਸ਼ੁਕਰੀਆ ਅੰਕਲ ਜੀ। ਕਹਿੰਦਾ ਮੇਰਾ ਮੈਚ ਤੱਕਣ ਉਹ ਆਉਂਦੇ ਸੀ। ਕਹਿੰਦਾ ਕੋਈ ਥੋੜ੍ਹੇ ਜਿਹੇ ਦਿਹਾੜੇ ਗੁਜ਼ਰੇ ਉਹ ਅੰਕਲ ਹੋਰੀ ਜਿਹੜੇ ਨੇ ਕਹਿੰਦਾ ਮੇਰੇ ਘਰ ਆ ਗਏ। ਕਹਿੰਦਾ ਜਿਸ ਵੇਲੇ ਮੇਰੇ ਘਰ ਆਏ ਆ ਕੇ ਘਰ ਬੜੇ ਨੇ, ਕਹਿੰਦਾ ਮੈਂ ਤੱਕ ਕੇ ਬੜਾ ਹੈਰਾਨ ਹੋ ਗਿਆ। ਮੈਂ ਕਿਹਾ ਅੰਕਲ ਜੀ ਤੁਹਾਨੂੰ ਤਾਂ ਮੈਂ ਜਾਣਨਾ, ਤੁਸੀਂ ਇਸ ਤਰ੍ਹਾਂ ਮੈਨੂੰ ਲੱਖ ਰੁਪਈਆ ਦਿੱਤਾ ਸੀ। ਕਹਿੰਦਾ ਪੁੱਤਰ ਤੇਰੇ ਸਾਰੇ ਮੈਚ ਜਿਹੜੇ ਨੇ ਉਹਨਾਂ ਨੂੰ ਮੈਂ ਫਾਲੋ ਕਰਦਾ ਰਿਹਾ। ਕਹਿੰਦਾ ਮੈਂ ਕਿਹਾ ਅੰਕਲ ਜੀ ਤੁਸੀਂ ਕਿੱਥੇ ਆ, ਮੈਨੂੰ ਨਹੀਂ ਨਜ਼ਰ ਆਇਆ। ਕਹਿੰਦਾ ਪੁੱਤਰ ਜਿਹੜਾ ਫਲਾਣੇ ਪਿੰਡ ਖੇਡਣ ਗਿਆ ਸੀ ਨਾ, ਜਿਹੜੇ ਤੂੰ 3 ਵਾਰੇ ਜਿਹੜੇ ਨੇ ਉਹ ਫੜੇ ਨੇ, ਉਹ ਮੈਂ ਸਾਰੇ ਤੱਕਦਾ ਆ ਪਿਆ ਤੇ ਮੈਂ ਬੜਾ ਖੁਸ਼ ਹੋਇਆ ਤੇਰੇ ਤੇ, ਕਿ ਦਿਲ ਇਹ ਹੀ ਕਰਦਾ ਕਿ ਕਾਸ਼ ਤੂੰ ਮੇਰਾ ਪੁੱਤਰ ਹੁੰਦਾ। ਕਹਿੰਦਾ ਲੇਕਿਨ ਮੈਂ ਚਲੋ ਜਿਹਦਾ ਵੀ ਪੁੱਤਰ ਹੈ ਮੈਂ ਉਹਨਾਂ ਨੂੰ ਵੀ ਦੁਆਵਾਂ ਦੇਣਾ। ਚਲੋ ਇਹ ਹੈ ਕਿ ਪੁੱਤਰ ਬੜਾ ਸੋਹਣਾ ਹੈ ਤੇ ਇਹ ਹੈ ਕਿ ਸੋਹਣਾ ਕਬੱਡਰ ਹੈ ਤੂੰ। ਕਹਿੰਦਾ ਮੈਂ ਬੜਾ ਖੁਸ਼ ਹੋਇਆ, ਅੰਕਰਾਂ ਚਾਹ ਸ਼ਾ ਪਲਾਈ। ਕਹਿੰਦਾ ਮੇਰੇ ਮਾਈ ਬਾਬੇ ਕੋਲੋਂ ਬਹਿ ਗਏ। ਕਹਿੰਦਾ ਪੁੱਤਰ ਤੂੰ ਜਾ ਹੁਣ। ਕਹਿੰਦਾ ਟੁਰ ਗਿਆ। ਕਹਿੰਦਾ ਪਿੱਛੂ ਜਿਹੜਾ ਮੇਰੀ ਮਾਈ ਬਾਬੇ ਨਾਲ ਕਹਾਣੀ ਪਈ ਉਹਨੇ ਕਿ ਮੈਂ ਆਇਆ ਇੰਗਲੈਂਡ ਤੋਂ ਤੇ ਮੇਰੀਆਂ ਆਪਣੀਆਂ ਬੱਚੀਆਂ ਨੇ ਤੇ ਮੈਂ ਚਾਹੁੰਦਾ ਕਿ ਤੁਹਾਡੇ ਪੁੱਤਰ ਦਾ ਮੈਂ ਰਿਸ਼ਤਾ ਕਰ ਲਾਂ। ਕਹਿੰਦਾ ਮੇਰੇ ਕੋਲ ਘਰਦਿਆਂ ਕੋ ਨਾ ਪੁੱਛਿਆ। ਕਹਿੰਦਾ ਮੇਰੀ ਤੇ ਇੱਜ਼ਤ ਹੀ ਬੜੀ ਸੀ ਇੱਥੇ ਪਿੰਡ 'ਚ। ਕਹਿੰਦਾ ਮੇਰੇ ਤੇ ਇਸ ਤਰ੍ਹਾਂ ਦਾ ਕੋਈ ਅੰਦਾਜ਼ ਹੀ ਨਹੀਂ ਸੀ ਕਿ ਮੈਂ ਕਿਤੇ ਬਾਹਰ ਦੇ ਮੁਲਕ ਜਾ। ਕਹਿੰਦਾ ਬੜੇ ਬੰਦਿਆਂ ਨੇ ਮੈਨੂੰ ਆਫਰ ਮਾਰੀ ਹੈ ਤੈਨੂੰ ਵੀਜ਼ਾ ਟੋਰਨੇ ਆ, ਤੂੰ ਬਾਹਰ ਆ ਜਾ। ਕਹਿੰਦਾ ਲੇਕਿਨ ਮੈਂ ਆਂਦਾ ਸੀ ਕਿ ਮੈਂ ਆਪਣੇ ਮੁਲਕ 'ਚ ਰਹਿ ਕੇ ਕਬੱਡੀ ਖੇਡਣੀ ਹੈ। ਕਹਿੰਦਾ ਮੈਨੂੰ ਪਤਾ ਹੀ ਨਾ ਲੱਗਣ ਦਿੱਤਾ। ਘਰਦਿਆਂ ਨੇ ਉਹਨਾਂ ਅੱਗੇ ਹਾਂ ਕਰ ਦਿੱਤੀ। ਕਹਿੰਦਾ ਜਿਸ ਵੇਲੇ ਹਾਂ ਕੀਤੀ ਰਿਸ਼ਤੇ ਦੀ, ਕਹਿੰਦਾ ਮੈਨੂੰ ਬਾਅਦ ਦੱਸੀ ਉਹਨੇ ਕਿ ਜਿਹੜੇ ਆਏ ਸੀ ਬਜ਼ੁਰਗ ਉਹਨਾਂ ਅੱਗੇ ਅਸਾਂ ਤੇਰੀ ਹਾਂ ਕਰ ਦਿੱਤੀ ਹੈ। ਕਹਿੰਦਾ ਮੈਂ ਬੜਾ ਪਰੇਸ਼ਾਨ ਹੋਇਆ। ਮੈਂ ਕਿਹਾ ਤੁਸੀਂ ਮੈਨੂੰ ਦੱਸਿਆ ਨਹੀਂ ਹੈ, ਮੈਂ ਤੇ ਇਹ ਕਿਧਰੇ ਵੀ ਨਹੀਂ ਜਾਣਾ। ਉਹਨਾਂ ਆਖਿਆ ਪੁੱਤਰ ਸਾਰੀ ਜ਼ਿੰਦਗੀ ਤੂੰ ਇੰਝ ਥੋੜ੍ਹੀ ਰਹਿਣਾ, ਅੱਜ ਨਹੀਂ ਤੇ ਕੱਲ੍ਹ ਜਿਹੜਾ ਤੇਰੀ ਕਬੱਡੀ ਖਤਮ ਹੋ ਜਾਣੀ ਹੈ ਤੇ ਤੇਰੀ ਅੱਗੋਂ ਜ਼ਿੰਦਗੀ ਕਿੱਧਰ ਜਾਣੀ ਹੈ। ਇਸ ਵਾਸਤੇ ਮੇਰਾ ਪੁੱਤਰ ਤੂੰ ਛੱਡ ਹੁਣ ਸਾਰੇ ਕੰਮ, ਜਿਤਨੀ ਦੇਰ ਤੂੰ ਕਬੱਡੀ ਖੇਡਣੇ ਪਿਆ ਤੂੰ ਖੇਡਦਾ ਰਹਿ। ਹੁਣ ਤੇਰਾ ਅਸੀਂ ਵਿਆਹ ਕਰਨਾ, ਵਿਆਹ ਕਰਕੇ ਤੇ ਤੂੰ ਹੁਣ ਜਾ ਵੀਜ਼ਾ ਲਵਾ ਕੇ ਬਾਹਰ। ਕਹਿੰਦਾ ਮੈਂ ਕਿਹਾ ਅੰਮਾ ਜੀ, ਕਹਿੰਦਾ ਮੈਂ ਪੈਰੀ ਪਿਆ, ਅੱਬੇ ਰਾਂਦੇ ਅੰਮਾ ਰਾਂਦੇ। ਉਹਨਾਂ ਕਿਹਾ ਪੁੱਤਰ ਤੂੰ ਜੋ ਮਰਜ਼ੀ ਕਰ ਲੈ, ਤੇਰਾ ਮੁਸਤਕਬਲ ਹੁਣ ਇੱਥੇ ਨਹੀਂ ਹੈ, ਤੂੰ ਜਿਹੜਾ ਬਾਹਰ ਹੀ ਜਾਣਾ। ਕਹਿੰਦਾ ਮੈਂ ਫਿਰ ਕੀ ਕਰ ਸਕਦਾ ਸਾਂ। ਕਹਿੰਦਾ ਮਾਈ ਬਾਬੇ ਦੀ ਮੈਂ ਗੱਲ ਹੀ ਇਤਨੀ ਮੰਨਦਾ ਸਾਂ ਕਿ ਮੈਂ ਸੋਚ ਵੀ ਨਹੀਂ ਸਕਦਾ ਕਿ ਉਹਨਾਂ ਨੂੰ ਕਦੇ ਇਨਕਾਰ ਕਰਾਂ। ਕਹਿੰਦਾ ਉਹਨਾਂ ਮੇਰੀ ਸ਼ਾਦੀ ਕਰ ਦਿੱਤੀ। ਕਹਿੰਦਾ ਕੁੜੀ ਵਾਕਈ ਬੜੀ ਸੋਹਣੀ ਸੀ। ਕਹਿੰਦਾ ਮੇਰੀ ਉਹਦੇ ਨਾਲ ਸ਼ਾਦੀ ਕਰਾ ਦਿੱਤੀ। ਕਹਿੰਦਾ ਪੂਰਾ ਪਿੰਡ ਕੇ ਕਹਿੰਦਾ ਬੜਾ ਦੂਰ ਤੱਕ ਇਲਾਕਾ ਜਿਹੜਾ ਕਹਿੰਦਾ ਮੇਰੀ ਸ਼ਾਦੀ ਤੇ ਆਇਆ। ਕਹਿੰਦਾ ਇਤਨਾ ਮੈਨੂੰ ਇਨਾਮ ਹੋਇਆ, ਇਤਨੇ ਗਿਫਟ ਹੋਏ। ਕਹਿੰਦਾ ਬਹੁਤ ਜ਼ਿਆਦਾ, ਜਿੰਨੇ ਪੈਸੇ ਸੀ ਕਹਿੰਦਾ ਮੈਂ ਘਰ ਦੇ ਕੇ ਸਾਰੇ ਕਿ ਮੈਂ ਸਾਰਿਆਂ ਨੂੰ ਘਰਦਿਆਂ ਨੂੰ ਦਿੱਤੇ। ਮੈਂ ਕਿਹਾ ਅੱਗੇ ਵੀ ਕਹਿੰਦਾ ਜੋ ਵੀ ਪੈਸਾ ਹੁੰਦਾ ਸੀ, ਜਿਹੜਾ ਇਨਾਮ ਹੁੰਦਾ ਆਪਣੀ ਅੰਮਾ ਜੀ ਦੇ ਕੋਲ ਲਿਆ ਕੇ ਰੱਖਦਾ, ਜੋ ਮਰਜ਼ੀ ਉਹਨੂੰ ਕਰਨ। ਕਹਿੰਦਾ ਜੋ ਕੁਝ ਵੀ ਹੋਇਆ ਸੀ ਕਹਿੰਦਾ ਸਭ ਆਪਣੇ ਮਾਈ ਬਾਬੇ ਨੂੰ ਦਿੱਤਾ। ਮੈਂ ਕਿਹਾ ਹੁਣ ਤੁਸੀਂ ਜਾਣੋ ਤੁਹਾਡੇ ਕਹਿੰਦਾ ਇੰਨੇ ਮਾੜੇ ਸਾਡੇ ਹਾਲਾਤ ਹੈ। ਕਹਿੰਦਾ ਬਹਰਹਾਲ ਬਾਅਦ 'ਚ ਕੋਈ 2-3 ਮਹੀਨੇ ਬਾਅਦ ਕਹਿੰਦੇ ਜੀ ਮੇਰਾ ਵੀਜ਼ਾ ਆ ਗਿਆ। ਕਹਿੰਦਾ ਅੱਲਾ ਜਾਣਦਾ ਮੇਰਾ ਤੇ ਦਿਲ ਹੀ ਨਹੀਂ ਸੀ ਕਰਦਾ ਕਿ ਮੈਂ ਬਾਹਰ ਜਾਵਾਂ। ਕਹਿੰਦਾ ਪਰ ਮੈਂ ਕੀ ਕਰ ਸਕਦਾ ਸਾਂ ਹੁਣ ਮਾਈ ਬਾਬੇ ਅੱਗੇ, ਮੇਰਾ ਵਿਆਹ ਵੀ ਹੋ ਗਿਆ ਸੀ। ਕਹਿੰਦਾ ਬੰਦਿਆਂ ਨੇ ਬੜਾ ਡੱਕਿਆ, ਤੂੰ ਬਾਹਰ ਜਾ ਕੇ ਕੀ ਕਰਨਾ, ਤੂੰ ਇੱਥੇ ਸਾਡੇ ਕੋਲ ਇਹ ਪ੍ਰਾਪਰਟੀ ਲੈ ਲੈ, ਫਲਾਣਾ ਇਹ ਕੰਮ ਕਰ ਲੈ, ਉਹ ਕਰ ਲੈ, ਇੰਨਾ ਪੈਸਾ ਲੈ ਲੈ, ਸਾਡੀ ਤਰਫੋਂ ਮੈਚ ਖੇਡ, ਸਾਡੇ ਪਿੰਡ ਆ ਜਾ। ਕਹਿੰਦਾ ਮੈਂ ਕਿਹਾ ਯਾਰ ਮੈਂ ਕੁਝ ਨਹੀਂ ਕਰ ਸਕਦਾ, ਹੁਣ ਮੇਰੇ ਮਾਈ ਹੋਰੀ ਮਜਬੂਰ ਪੇ ਕਰਦੇ ਨੇ, ਮੈਨੂੰ ਜਾਣਾ ਪੈਣਾ। ਕਹਿੰਦਾ ਮੈਂ ਫਿਰ ਬਾਹਰ ਆ ਗਿਆ। ਕਹਿੰਦਾ ਬਾਹਰ ਆਇਆ ਇੱਥੇ ਆ ਕੇ ਜਿਸ ਵੇਲੇ ਜਨਾਬ ਕਹਿੰਦਾ ਹੋਟਲ 'ਤੇ ਕੰਮ ਕਰਨਾ ਪਿਆ। ਕਹਿੰਦਾ ਮੈਨੂੰ ਤਾਂ ਸਮਝ ਹੀ ਨਾ ਆਵੇ ਕਿ ਮੈਂ ਕਰਨਾ ਕੀ ਹੈ। ਕਹਿੰਦਾ ਪਹਿਲਾਂ ਤਾਂ ਅੰਕਰਾਂ ਬੜੀ ਮੈਨੂੰ ਇੱਜ਼ਤ ਦਿੱਤੀ ਹੈ, ਬੜੀ ਇੱਜ਼ਤ ਦਿੱਤੀ ਹੈ।
ਕਹਿੰਦਾ ਮੈਨੂੰ ਆਂਦੇ ਪੁੱਤਰ ਨੂੰ ਕੁਝ ਵੀ ਨਾ ਆਖੋ, ਕੁਝ ਵੀ ਨਾ ਆਖੋ। ਤੇ ਕਹਿੰਦਾ ਮੈਂ ਬਾਰਾ ਜਿਸ ਵੇਲੇ ਕੰਮ ਤੇ ਲੱਗ ਗਿਆ, ਆਸਤਾ ਆਸਤਾ ਕਰਦਿਆਂ ਕਰਾਇਆ, ਕਹਿੰਦੇ ਅੰਕਰਾਂ ਜੀ ਆਂਦੇ ਜੀ ਤੁਸੀਂ ਆਪਣੇ ਲਾਦਾ ਮਕਾਨ 'ਚ ਹੋ ਜਾਓ। ਕਹਿੰਦਾ ਲਾਦਾ ਮਕਾਨ 'ਚ ਹੋਇਆ, ਕਹਿੰਦਾ ਉੱਥੇ ਖਰਚੇ ਨਹੀਂ ਪੂਰੇ ਹੁੰਦੇ। ਕਹਿੰਦਾ ਇਤਨੇ ਮੁਸ਼ਕਲ ਕੰਮ, ਕਹਿੰਦਾ ਹੋਟਲ ਜਿਸੇ ਕੰਮ ਕਰਦਾ ਸਾਂ ਅੰਦਰੋਂ ਮੈਂ ਰੋਂਦਾ ਸਾਂ। ਕਹਿੰਦਾ ਦਿਲ ਇਹ ਕਰਦਾ ਸੀ ਕਿ ਚੀਕਾਂ ਮਾਰ ਮਾਰ ਕੇ ਰੋਵਾਂ ਕਿ ਮੈਂ ਕਿੱਥੇ ਆ ਕੇ ਫਸ ਗਿਆ। ਕਹਿੰਦਾ ਮੇਰੀ ਤੇ ਉੱਥੇ ਇੰਨੀ ਇੱਜ਼ਤ ਸੀ ਪਿੰਡ 'ਚ, ਤੇ ਇੱਥੇ ਆ ਕੇ ਮੈਂ ਇੰਝ ਦਾ ਫਸ ਗਿਆ। ਕਹਿੰਦਾ ਬਹਰਾਲ ਮੈਂ ਕੁਝ ਨਹੀਂ ਸੀ ਕਰ ਸਕਦਾ, ਹੁਣ ਇੱਥੇ ਇੰਝ ਦਾ ਜੰਜਾਲ 'ਚ ਫਸਿਆ। ਸਿਰਫ ਜਿਹੜਾ ਮੇਰੀਆਂ ਉੱਥੇ ਦੀਆਂ ਯਾਦਾਂ ਰਹਿ ਗਈਆਂ ਨੇ ਜਿਹੜੀਆਂ ਮੇਰੀਆਂ ਐ ਸੀ। ਕਹਿੰਦਾ ਇਹ ਵੀ ਮੁੜੇ ਫੋਨ ਕਰਦੇ ਨੇ, ਉਸਤਾਦ ਜੀ ਲਾਓ ਨਾ ਚੱਕਰ, ਉਸਤਾਦ ਜੀ ਲਾਓ ਨਾ ਚੱਕਰ। ਕਹਿੰਦਾ ਮੈਂ ਨਾ ਯਾਰ ਹੁਣ ਮੈਂ ਚੱਕਰ ਕੀ ਲਾਣਾ, ਜਿਹੜੇ ਮੈਂ ਚੱਕਰਾਂ 'ਚ ਫਸ ਗਿਆ ਨਾ ਇਹਦੇ 'ਚ ਹੁਣ ਮੈਂ ਨਹੀਂ ਨਿਕਲ ਸਕਦਾ। ਮੇਰੀ ਕਬੱਡੀ ਜਿਹੜੀ ਆ ਉਹ ਅੱਲਾ ਹਾਫਿਜ਼ ਆ ਹੁਣ। ਕਹਿੰਦਾ ਬਾਰਾ ਬੰਦੇ ਦਾ ਨਾਂ ਕੋਈ ਥੋੜ੍ਹੀ ਦੇਰ ਹੀ ਰਹਿੰਦਾ, ਸਾਲ ਰਵੇ 2 ਸਾਲ ਰਵੇ, ਬੰਦੇ ਯਾਦ ਕਰਦੇ ਨੇ। ਕਹਿੰਦਾ ਕੋਈ ਨਵੇਂ ਪਲੇਅਰ ਆ ਜਾਂਦੇ ਨੇ। ਕਹਿੰਦਾ ਲੇਕਿਨ ਮੈਂ ਇਹ ਕਬੱਡੀ ਖੇਡ ਸਕਦਾ ਸਾਂ 4-5 ਸਾਲ ਹੋਰ, ਲੇਕਿਨ ਕਹਿੰਦਾ ਨਹੀਂ ਸੀ ਨਸੀਬਾਂ 'ਚ। ਘਰਦਿਆਂ ਦਾ ਜਨੂਨ ਆਇਆ ਕਿ ਤੂੰ ਬਾਹਰ ਜਾ। ਕਹਿੰਦਾ ਜੋ ਕੁ ਮੈਂ ਇੱਥੇ ਕਮਾ ਰਿਹਾ ਨਾ ਇਹਨਾਂ 'ਚੋਂ ਘਰ ਕੁਝ ਵੀ ਨਹੀਂ ਮੈਂ ਭੇਜਿਆ। ਕਹਿੰਦਾ ਜੋ ਕੁਝ ਮੈਂ ਉੱਥੇ ਕਮਾ ਕੇ ਦੇ ਆਇਆ ਉਹ ਹੀ ਘਰ ਦੇ ਉਹਦੇ ਤੇ ਯਾਸ਼ੀ ਪੇ ਕਰਦੇ ਨੇ। ਕਹਿੰਦਾ ਇੱਥੇ ਤੇ ਮੇਰੀ ਜਿਹੜੀ ਸ਼ਾਦੀ ਕੀਤੀ ਨੇ ਮਕਾਨ ਦੇ ਖਰਚੇ ਉਹ ਹੀ ਨਹੀਂ ਪੂਰੇ ਹੁੰਦੇ। ਕਹਿੰਦਾ ਮੈਂ ਤਾਂ ਬੜਾ ਡਾਢਾ ਫਸ ਗਿਆ, ਲੇਕਿਨ ਕੀ ਕਰ ਸਕਦਾ, ਬਸ ਹੁਣ ਆ ਗਿਆ ਬਾਹਰ, ਹੁਣ ਉਹਦੇ 'ਚ ਬੱਚੇ ਵੀ ਹੋ ਗਏ ਨੇ। ਕਹਿੰਦਾ ਹੁਣ ਛੱਡ ਦਿੱਤੀ ਹੈ ਟੈਨਸ਼ਨ, ਛੱਡੋ ਜੀ। ਕਹਿੰਦਾ ਇਹ ਵੀ ਜਨੂਨ ਆਉਂਦਾ ਕੋਡੀ, ਮੈਂ ਕਹਿੰਦਾ YouTube ਤੇ ਤੱਕ ਕੇ ਖੁਸ਼ ਹੁੰਦਾ ਰਹਿਣਾ ਪਲੇਅਰਾਂ ਨੂੰ ਤੱਕ ਕੇ ਯਾਰ ਕਿੰਨਾ ਸੋਹਣਾ ਪਲੇਅਰ ਹੈ। ਕਹਿੰਦਾ ਦਿਲ ਇਹੀ ਕਰਦਾ ਕਿ ਮੈਂ ਯਾਰ ਕਿਸੇ ਨੂੰ ਟ੍ਰੇਨਡ ਕਰਾਂ। ਕਹਿੰਦਾ ਲੇਕਿਨ ਇੱਥੇ ਟ੍ਰੇਨਡ ਕੀ ਕਰਨਾ, ਇੱਥੇ ਹਰ ਬੰਦਾ ਜਿਹੜਾ ਉਹ ਹੀ ਸਮਝਦਾ ਕਿ ਮੈਂ ਹੀ ਵੱਡਾ ਕਬੱਡਰ ਹਾਂ। ਕਹਿੰਦਾ ਕਿਸੇ ਨੂੰ ਮੰਨਦੇ ਨਹੀਂ ਹੈ। ਬਹਰਹਾਲ ਇਹ ਹੈ ਤੁਹਾਨੂੰ ਮੈਂ ਇਸੇ ਵਾਸਤੇ ਦੱਸਣਾ ਚਾਹੁੰਦਾ ਕਬੱਡੀ ਇੱਕ ਜਨੂਨ ਹੈ ਤੇ ਇੱਕ ਨਸ਼ਾ ਹੈ। ਕਬੱਡੀ ਜਿਹੜਾ ਹਰ ਬੰਦਾ ਨਹੀਂ ਖੇਡ ਸਕਦਾ, ਇਹਦੇ ਜਿਹੜਾ ਬੜਾ ਤਗੜਾ ਹੌਸਲਾ ਚਾਹੀਦਾ ਤੁਹਾਨੂੰ ਪਤਾ ਕਿਸੇ ਦਾ ਸਾਹਮਣੇ ਮੁਕਾਬਲਾ ਕਰਨ ਦਾ। ਇਸ ਵਾਸਤੇ ਜਿਹੜੀ ਤੁਸੀਂ ਗੇਮ ਕਰਦੇ ਹੋ ਪੂਰੀ ਜ਼ਰੂਰ ਕਰਿਆ ਕਰੋ। ਬਾਕੀ ਇਹ ਹੈ ਕਿ ਬਾਹਰ ਜਿਹੜਾ ਉਹ ਇੱਥੇ ਹੀ ਪਿਆ, ਬਾਹਰ ਵੀ ਜ਼ਾਰੀ ਗੱਲ ਆ ਬੰਦੇ ਉਹਨਾਂ ਮਾਂ ਪਿਓ ਨੇ ਵੀ ਸਹੀ ਸੋਚਿਆ ਕਿ ਚੱਲ ਸਾਡੇ ਪੁੱਤਰ ਦਾ ਮੁਸਤਕਬਲ ਬਣ ਜਾਏਗਾ, ਸ਼ਾਇਦ ਇੱਥੇ ਕਿਰੇ ਰਹਿ ਕੇ ਕੋਈ ਲੱਤ ਬਾਂਹ ਭੱਜ ਗਈ ਤੇ ਕੋਈ ਸਾਰੀ ਜ਼ਿੰਦਗੀ ਵਾਸਤੇ ਘਰ ਬਹਿ ਜਾਏਗਾ। ਬਾਕੀ ਇਹ ਹੈ ਕਿ ਮਾਂ ਬਾਪ ਵੀ ਅੱਛਾ ਹੀ ਸੋਚਦੇ ਨੇ ਤੇ ਔਲਾਦ ਵੀ ਜਿਹੜੀ ਆ ਉਹ ਵੀ ਜਨੂਨ 'ਚ ਹੁੰਦੀ ਹੈ। ਬਾਕੀ ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤੇ ਮਿਹਰਬਾਨੀ ਕਰਕੇ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਹੈ ਤੇ ਸਭ ਕੁਝ ਹੈ, ਕੋਈ ਗਲਤੀ ਛੋਟੀ ਮੋਟੀ ਹੋ ਜਾਏ ਤੇ ਮਾਫੀ ਚਾਹਨਾ, ਪ੍ਰੋਫੈਸ਼ਨਲ ਨਹੀਂ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।